ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਰੌਲਟ ਐਕਟ, ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਕੁੰਜੀ ਲਾਲ ਦੂਬੇ ਬਾਰੇ ਜਾਣਕਾਰੀ ਦੇ ਰਹੇ ਹਾਂ। 18 ਮਾਰਚ 1919 ਨੂੰ ਬਰਤਾਨਵੀ ਸਰਕਾਰ ਨੇ ਰੋਲਟ ਐਕਟ ਪਾਸ ਕੀਤਾ, ਜਿਸ ਰਾਹੀਂ ਪੁਲਿਸ ਨੂੰ ਬਿਨਾਂ ਕਿਸੇ ਕਾਰਨ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਅਤੇ ਬਿਨਾਂ ਕਿਸੇ ਸੁਣਵਾਈ ਦੇ ਜੇਲ੍ਹ ਅੰਦਰ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਕਾਨੂੰਨ ਦਾ ਰਸਮੀ ਨਾਮ ਅਨਾਕਿਨ ਅਤੇ ਰੈਵੋਲੂਸ਼ਨਰੀ ਕ੍ਰਾਈਮਸ ਐਕਟ ਸੀ। ਇਸ ਕਾਨੂੰਨ ਨਾਲ ਉਪਨਿਵੇਸ਼ੀ ਪ੍ਰਸ਼ਾਸਨ ਨੂੰ ਵਿਆਪਕ ਅਧਿਕਾਰ ਮਿਲ ਗਿਆ। ਰਾਸ਼ਟਰਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਕਿਸੇ ਨੂੰ ਵੀ ਬਿਨਾਂ ਕਿਸੇ ਸੁਣਵਾਈ ਦੇ 2 ਸਾਲਾਂ ਲਈ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਸੀ। ਸੁਤੰਤਰਤਾ ਸੈਨਾਨੀਆਂ ਨੇ ਇਸ ਨੂੰ ਕਾਲਾ ਕਾਨੂੰਨ ਕਿਹਾ ਅਤੇ ਪੂਰੇ ਦੇਸ਼ ਵਿੱਚ ਇਸ ਦੇ ਖਿਲਾਫ ਗੁੱਸਾ ਫੈਲ ਗਿਆ। ਗਾਂਧੀ ਜੀ ਨੇ 6 ਅਪ੍ਰੈਲ 1919 ਨੂੰ ਰੋਲਟ ਐਕਟ ਦੇ ਵਿਰੋਧ ਵਿੱਚ ਸੱਤਿਆਗ੍ਰਹਿ ਦਾ ਸੱਦਾ ਦਿੱਤਾ। ਬਰਤਾਨਵੀ ਸ਼ਾਸਨ ਨੇ ਲੋਕਾਂ ਖਿਲਾਫ ਭਾਰੀ ਸਖਤੀ ਸ਼ੁਰੂ ਕਰ ਦਿੱਤੀ ਅਤੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ਕਰੂਰਤਾਪੂਰਨ ਜਲਿਆਂਵਾਲਾ ਬਾਗ ਸਾਕਾ ਹੋਇਆ। ਰੋਲਟ ਐਕਟ ਤੋਂ ਭੜਕੀ ਹਿੰਸਾ ਅਤੇ ਖੂਨ ਖਰਾਬੇ ਨੇ ਮਹਾਤਮਾ ਗਾਂਧੀ ਨੂੰ ਸੁਤੰਤਰਤਾ ਸੰਗਰਾਮ ਦੇ ਭਵਰ ਵਿੱਚ ਪਾ ਦਿੱਤਾ। ਗਾਂਧੀ ਜੀ ਨੇ ਭਾਰਤ ਦੀ ਸੁਤੰਤਰਤਾ ਸੰਗਰਾਮ ਦਾ ਇੱਕ ਨਵਾਂ ਅਧਿਆਇ ਖੋਲ੍ਹਦੇ ਹੋਏ 1920 ਵਿੱਚ ਨਾ ਮਿਲਵਰਤਨ ਅੰਦੋਲਨ ਦੀ ਸ਼ੁਰੂਆਤ ਕੀਤੀ। ਅੱਜ ਅਸੀਂ ਇੰਡੀਅਨ ਨੈਸ਼ਨਲ ਆਰਮੀ ਦੀ ਕਰਨਲ ਗੁਰਬਖਸ਼ ਸਿੰਘ ਢਿੱਲੋਂ ਨੂੰ ਵੀ ਯਾਦ ਕਰ ਰਹੇ ਹਾਂ। ਉਨ੍ਹਾਂ ਦਾ ਜਨਮ 18 ਮਾਰਚ 1914 ਨੂੰ ਪੰਜਾਬ ਵਿੱਚ ਅੰਮ੍ਰਿਤਸਰ ਦੇ ਨੇੜੇ ਹੋਇਆ ਸੀ। ਇੰਡੀਅਨ ਨੈਸ਼ਨਲ ਆਰਮੀ ਦੇ ਹੋਰਨਾਂ ਮੈਂਬਰਾਂ ਜਨਰਲ ਸ਼ਾਹ ਨਵਾਜ਼ ਖਾਨ ਅਤੇ ਕਰਨਲ ਪ੍ਰੇਮ ਕੁਮਾਰ ਸਹਿਗਲ ਦੇ ਨਾਲ ਢਿੱਲੋਂ ਤੇ ਵੀ ਰਾਜਧਰੋਹ ਅਤੇ ਬਰਤਾਨਵੀ ਸਾਮਰਾਜ ਦੇ ਖਿਲਾਫ ਯੁੱਧ ਛੇੜ ਦਾ ਦੋਸ਼ ਲਗਾਇਆ ਗਿਆ। ਢਿੱਲੋਂ ਫਰਵਰੀ 1942 ਵਿੱਚ ਜਾਪਾਨ ਹੱਥੋਂ ਸਿੰਗਾਪੁਰ ਦੀ ਹਾਰ ਤੋਂ ਬਾਅਦ ਇੰਡੀਅਨ ਨੈਸ਼ਨਲ ਆਰਮੀ ਵਿੱਚ ਸ਼ਾਮਲ ਹੋਏ ਸਨ। 1944 ਵਿੱਚ ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਕਮਾਨ ਸੰਭਾਲੀ, ਢਿੱਲੋਂ ਨੂੰ ਨਹਿਰੂ ਬ੍ਰਿਗੇਡ ਦਾ ਕਮਾਂਡਰ ਬਣਾਇਆ ਗਿਆ। ਉਨ੍ਹਾਂ ਨੂੰ ਬਰਮਾ ਵਿੱਚ ਇਰਾਵਦੀ ਨਦੀ ਦੀ ਨਿਗਰਾਨੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ। 12 ਫਰਵਰੀ 1945 ਨੂੰ ਇਰਾਵੜੀ ਦੇ ਨੇੜੇ ਤੈਨਾਤ INA ਦੇ ਜਵਾਨਾਂ ਤੇ ਜਹਾਜ਼ ਰਾਹੀਂ ਬੰਬਾਰੀ ਕੀਤੀ ਗਈ। ਭਾਰੀ ਬੰਬਾਰੀ ਅਤੇ ਹਮਲੇ ਦੇ ਬਾਵਜੂਦ INA ਇਰਾਵੜੀ ਤੇ ਕੰਟਰੋਲ ਬਣਾਈ ਰੱਖਣ ਵਿੱਚ ਕਾਮਯਾਬ ਰਹੀ। ਬਰਤਾਨਵੀ ਸੈਨਾ ਨੇ ਦੂਜਾ ਹਮਲਾ ਮੋਟਰ ਬੋਟ ਰਾਹੀਂ ਨਿਆਂਗੂ ਤੇ ਕੀਤਾ। ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ, ਲੇਕਿਨ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਕਾਰਨ INA ਬਹੁਤ ਲੰਬੇ ਸਮੇਂ ਤੱਕ ਟਿਕੀ ਨਾ ਰਹਿ ਸਕੀ ਅਤੇ ਢਿੱਲੋਂ ਨੂੰ ਪਾਗਲ ਤੱਕ ਹਟਣਾ ਪਿਆ। ਢਿੱਲੋਂ ਨੂੰ ਫਿਰ ਤੋਂ ਮਿੱਤਰ ਦੇਸ਼ਾਂ ਦੀ ਫੌਜ ਕਿਆਓ ਪਾਂਡੋਂਗ ਤੱਕ ਵਧਣ ਤੋਂ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ। ਢਿੱਲੋਂ ਅਤੇ ਉਨ੍ਹਾਂ ਦੇ ਫੌਜੀਆਂ ਨੇ ਬਰਤਾਨਵੀ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ, ਲੇਕਿਨ ਅਪ੍ਰੈਲ 1945 ਵਿੱਚ ਬਰਤਾਨਵੀ ਟੈਂਕਾਂ ਅਤੇ ਬਖਤਰਬੰਦ ਗੱਡੀਆਂ ਤੇ ਭਾਰੀ ਹਮਲੇ ਵਿੱਚ INA ਨੂੰ ਮੰਗਵੇ ਤੱਕ ਪਰਤਣਾ ਪਿਆ। ਜਦੋਂ ਢਿੱਲੋਂ, ਸ਼ਾਹ ਨਵਾਜ਼ ਖਾਨ ਅਤੇ ਪ੍ਰੇਮ ਸਹਿਗਲ ਦੀ ਸੁਣਵਾਈ ਸ਼ੁਰੂ ਹੋਈ, ਉਦੋਂ ਤੱਕ ਨੇਵਲ ਰੇਟਿੰਗ ਇਮਿਊਨਿਟੀ ਸ਼ੁਰੂ ਹੋ ਚੁੱਕੀ ਸੀ, ਜਿਸ ਨੂੰ ਹਥਿਆਰਬੰਦ ਫੌਜ ਦਾ ਇਸਤੇਮਾਲ ਬਰਤਾਨਵੀ ਫੌਜ ਭਾਰਤ ਤੇ ਆਪਣੇ ਅਧਿਕਾਰ ਬਣਾਏ ਰੱਖਣ ਲਈ ਕਰਦੀ ਰਹੀ ਸੀ। ਉਹ ਫੌਜ ਹੁਣ ਇਸ ਦੇ ਖਿਲਾਫ ਹੋ ਗਈ ਸੀ। ਲੰਬੇ ਸਮੇਂ ਤੱਕ ਚੱਲੇ ਮੁਕੱਦਮੇ ਵਿੱਚ 4 ਜਨਵਰੀ 1946 ਨੂੰ ਢਿੱਲੋਂ ਨੂੰ ਸ਼ਾਹ ਨਵਾਜ਼ ਅਤੇ ਪ੍ਰੇਮ ਸਹਿਗਲ ਦੇ ਨਾਲ ਰਿਹਾ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਗੁਰਬਖਸ਼ ਸਿੰਘ ਢਿੱਲੋਂ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਆਪਣਾ ਜੀਵਨ ਬਤੀਤ ਕੀਤਾ, ਜਿੱਥੇ 6 ਫਰਵਰੀ 2006 ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਮਹਾਨ ਰਾਸ਼ਟਰਵਾਦੀ ਨੂੰ ਸਾਡਾ ਕੋਟ-ਕੋਟ ਨਮਨ। ਅੱਜ ਅਸੀਂ ਸੁਤੰਤਰਤਾ ਸੈਨਾਨੀ ਕੁੰਜੀ ਲਾਲ ਦੂਬੇ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 18 ਮਾਰਚ 1896 ਨੂੰ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਕੁੰਜੀ ਲਾਲ ਇਲਾਹਾਬਾਦ ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਸਮੇਂ ਤੋਂ ਹੀ ਮਦਨ ਮੋਹਨ ਮਾਲਵੀਆ ਅਤੇ NC ਕੇਨਕਰ ਜਿਹੇ ਸੁਤੰਤਰਤਾ ਸੈਨਾਨੀਆਂ ਤੋਂ ਪ੍ਰਭਾਵਿਤ ਸਨ। ਕੁੰਜੀ ਲਾਲ 1937 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਬਣੇ ਅਤੇ 1939 ਵਿੱਚ ਕਾਂਗਰਸ ਦੇ ਤ੍ਰਿਪੁਰੀ ਸੈਸ਼ਨ ਦੌਰਾਨ ਸਵਾਗਤੀ ਕਮੇਟੀ ਦੇ ਸਕੱਤਰ ਰਹੇ। 1941 ਵਿੱਚ ਉਨ੍ਹਾਂ ਨੂੰ ਗਾਂਧੀ ਜੀ ਨੇ ਸੱਤਿਆਗ੍ਰਹਿ ਲਈ ਚੁਣਿਆ, ਲੇਕਿਨ ਪੁਲਿਸ ਨੇ ਉਨ੍ਹਾਂ ਹਿਰਾਸਤ ਵਿੱਚ ਲੈ ਕੇ ਲਗਭਗ 1 ਸਾਲ ਦੀ ਕੈਦ ਦੀ ਸਜ਼ਾ ਦਿੱਤੀ।
1942 ਵਿੱਚ ਰਿਹਾਈ ਤੋਂ ਬਾਅਦ ਉਹਨਾਂ ਨੇ ਭਾਰਤ ਛੱਡੋ ਅੰਦੋਲਨ ਵਿੱਚ ਭਾਗ ਲਿਆ ਅਤੇ ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪਿਆ। ਇਸ ਵਾਰ 2 ਸਾਲ ਦੀ ਜੇਲ੍ਹ ਦੀ ਸਜ਼ਾ ਹੋਈ। 1946 ਵਿੱਚ ਉਹ ਵਿਧਾਨ ਸਭਾ ਚੋਣਾਂ ਵਿੱਚ ਜਬਲਪੁਰ ਤੋਂ ਚੁਣੇ ਗਏ। ਆਜ਼ਾਦੀ ਤੋਂ ਬਾਅਦ ਕੁੰਜੀ ਲਾਲ ਦੁਬੇ ਰਾਜਨੀਤੀ ਨਾਲ ਕਿਰਿਆਸ਼ੀਲ ਹੋ ਕੇ ਜੁੜੇ ਰਹੇ। ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਪਹਿਲੇ ਸਪੀਕਰ ਚੁਣੇ ਗਏ। ਇਹ ਮਹਾਨ ਰਾਸ਼ਟਰਵਾਦੀ ਨੇਤਾ ਨੂੰ ਸਾਡਾ ਨਮਨ।